जो मांगह ठाकुर अपने ते, सोई सोई देवै। नानक दास मुख ते जो बोलै, इहाँ ऊहाँ सच होवै। जो मांगह ठाकुर अपने ते, सोई सोई देवै। नानक दास मुख ते जो बोलै, इहाँ ऊहाँ सच होवै। हम अवगुण भरे एक गुण नाहि, अमृत छाड़ बिख बिख। माया मोह परम पै भूले, सुत दारा स्यों। इक उत्तम पंथ सुन्यो गुर संगत, तेह मिलंत त्रास मिटाई। इक अरदास पाठ कीरत की, गुर रामदास सो कहो टल गुर सेविय। अहनस सहज दर्शन परसै गुरु का जन्म। होवै सिफत खसंदि, नूर अरसों कुरसों। तुद डुठे सच्चे पातशाह, मल जन्म सज्जन सच्चा पातशाह। सिर साहांदै जिस पास बैठिया सोहिया, सबना गावे साहो। सतनाम वाहिगुरु साहिब जीओ। राग वडहंस महला पंजवा, छंत घर चौथा। एक ओंकार सतगुर प्रसाद, गुर मिल लद्दा जे। राम प्यारा राम, एह तन मन दितड़ा। वारो वारा राम, गुर मिल लद्दा जे। राम प्यारा राम, एह तन मन दितड़ा। वारो वारा राम, तन मन दिता भवजल दिता। चूकी कान जमानी, आसिर थिया अमृत पिया। रहया आमन जानी, सो घर लद्दा सहज सुमद्दा। हर का नाम आधारा, कहो नानक सुख माणे रलियां। गुरपूरे को नमस्कारा। सुन सज्जन जी मैंडड़े मीता राम। गुर मंत्र शब्द सच दीता राम। सच शब्द त्याया मंगल गाया। चूके मनो अंदेसा, सो प्रभ पाया कतह न जाया। सदा सदा संग बैसा, प्रभ जी भाणा सच्चा माणा। प्रभ हर तन सहजे दीता। कहो नानक तिस जन बलिहारी। तेरा दान सबनी है लीता। तो भाणा
ਤ੍ਰਿਪਤ ਅਗਾਏ RAM ਮਨ ਥੀਆ ਠੰਡਾ ਸਭ ਤ੍ਰਿਸ਼ਨਾ ਤ੍ਰਿਸ਼ਨ ਬੁਝਾਏ RAM ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ RAM ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਨ ਲੱਗੇ ਹਾਂ ਸਤਿਗੁਰ ਕੈ ਕੁਰਬਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ RAM ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਇਤ ਮੁਖ ਤੁਧ ਸਲਾਹੀ ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲਿਆ ਖਿਨ ਮਾਹੀ ਨੌ ਨਿਧ ਪਾਈ ਵੱਜੀ ਵਾਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਤੇ ਜੀ ਸਗਲ ਵਿਸੂਰੇ ਨੌ ਨਿਧ ਪਾਏ ਵੱਜੀ ਵਾਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਤੇ ਜੀ ਸਗਲ ਵਿਸੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲ ਔਰ ਸਕਾਰਥਾ ਕਰ ਰਹੇ ਹੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਅਦਬ ਸਤਕਾਰ ਸਹਿਤ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਰਾਗ ਵਡਹੰਸ ਚੋਂ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਸਾਨੂੰ ਬਖਸ਼ਿਸ਼ ਕੀਤਾ ਹੈ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ, ਕੇਂਦਰਿਤ ਕਰੀਏ। ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ। ਇਕਾਗਰਤਾ ਬਣਾਓ, ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਗੱਜ-ਵੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪੰਜਵਾਂ। ਸੰਤ ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਵਡਹੰਸ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਚੌਥੇ ਘਰ ਸੁਰ ਤਾਲ ਵਿੱਚ ਇਸ ਪਾਵਨ ਸ਼ਬਦ ਨੂੰ ਗਾਉਣ ਦਾ ਹੁਕਮ ਹੈ।
ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਪਾਤਸ਼ਾਹ ਦੀ ਦਇਆ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦਾ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰਾਂ ਦਾ ਪ੍ਰਸਾਦ, ਇੱਥੇ ਸਤਿਗੁਰ ਪ੍ਰਸਾਦ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਨੇ ਕਿ ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰ ਮਿਲ ਲੱਦਾ ਜੇ ਰਾਮ ਪਿਆਰਾ ਰਾਮ। ਜੋ ਸਤਿਗੁਰ ਪ੍ਰਸਾਦ ਵਿੱਚ ਕਿਹਾ ਉਹੀ ਇਸ ਅਗਲੀ ਪੰਕਤੀ ਵਿੱਚ ਪੰਜਵੇਂ ਪਾਤਸ਼ਾਹ ਵਿਆਖਿਆ ਕਰ ਰਹੇ ਨੇ। ਸਤਿਗੁਰਾਂ ਦੀ ਕਿਰਪਾ ਦੁਆਰਾ ਲੱਭਦਾ ਹੈ, ਪ੍ਰਾਪਤ ਹੁੰਦਾ ਹੈ, ਤੇ ਅੱਗੇ ਉਸੇ ਨੂੰ ਹੀ ਵਿਖਿਆਨ ਰੂਪ ਦੇ ਵਿੱਚ ਬਚਨ ਕਰਦਿਆਂ ਕਹਿੰਦੇ ਗੁਰ ਮਿਲ ਲੱਦਾ ਜੀ। ਲੱਦਾ ਦਾ ਮਤਲਬ ਹੁੰਦਾ ਲੱਭਣਾ। ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਬਾਬਾ ਬਕਾਲਾ ਸਾਹਿਬ ਵਿਖੇ 9ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਬਾਅਦ ਕੋਠੇ ਦੀ ਛੱਤ ਤੇ ਚੜ੍ਹ ਕੇ ਪੱਲਾ ਫੇਰਦਿਆਂ ਬਚਨ ਕਿਹਾ ਸੀ, ਭੁੱਲੀਏ ਸੰਗ ਤੇ ਗੁਰ ਲਾਧੋ ਰੇ, ਗੁਰ ਲਾਧੋ ਰੇ। ਲੱਭ ਲਿਆ, ਸੱਚਾ ਗੁਰੂ ਲੱਭ ਲਿਆ। ਲੱਦਾ ਦਾ ਮਤਲਬ ਹੁੰਦਾ ਲੱਭ ਲੈਣਾ। ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਨਾਲ ਮਿਲ ਕੇ, ਗੁਰ ਮਿਲ, ਗੁਰੂ ਨਾਲ ਮਿਲ ਕੇ ਲੱਧਾ ਜੀ, ਲੱਭ ਲਿਆ ਹੈ ਜੀ। ਕਿਸ ਨੂੰ ਲੱਭਿਆ? ਰਾਮ ਪਿਆਰਾ ਰਾਮ। ਉਹ ਰਾਮ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਮੈਂ ਉਸ ਪਿਆਰੇ ਰਾਮ ਨੂੰ ਲੱਭ ਲਿਆ। ਗੁਰੂ ਨਾਲ ਮਿਲ ਕੇ ਲੱਭਿਆ। ਗੁਰੂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਉਹ ਅੰਧਕਾਰ ਦੂਰ ਹੋ ਹੀ ਨਹੀਂ ਸਕਦਾ। ਇਸ ਕਰਕੇ ਗੁਰੂ ਨਾਲ ਮਿਲ ਕੇ ਲੱਭਿਆ ਉਸ ਪਿਆਰੇ ਰਾਮ ਨੂੰ। ਕਿਸ ਪਿਆਰੇ ਰਾਮ ਨੂੰ? ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਰਮਿਆ ਹੋਇਆ। ਉਸ ਪਿਆਰੇ ਰਾਮ ਨੂੰ ਮੈਂ ਗੁਰੂ ਨਾਲ ਮਿਲ ਕੇ ਲੱਭ ਲਿਆ, ਗੁਰੂ ਨਾਲ ਮਿਲ ਕੇ ਪ੍ਰਾਪਤ ਕਰ ਲਿਆ। ਹਾਂਜੀ, ਇਹ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ। ਹਾਂ, ਇਹੋ ਤਨ ਮਨ ਦਿੱਤੜਾ ਮੈਂ ਜਿਸ ਗੁਰੂ ਦੀ ਦਇਆ ਨਾਲ, ਗੁਰੂ ਦੀ ਕਿਰਪਾ ਨਾਲ ਉਸ ਪਿਆਰੇ ਰਾਮ ਨੂੰ ਲੱਭਿਆ, ਉਸ ਗੁਰੂ ਦੇ ਚਰਨਾਂ ਵਿੱਚ ਮੈਂ ਆਪਣਾ ਇਹ ਤਨ ਤੇ ਮਨ ਦੇ ਦਿੱਤਾ। ਇਹੋ ਤਨ ਮਨ ਦਿੱਤੜਾ, ਇਹੋ ਆ ਜਿਹੜਾ ਤਨ ਤੇ ਮਨ ਮੇਰੇ ਪਾਸ ਹੈ, ਇਹ ਮੈਂ ਗੁਰੂ ਦੇ ਚਰਨਾਂ ਵਿੱਚ ਦਿੱਤੜਾ ਦੇ ਦਿੱਤਾ, ਅਰਪਣ ਕਰ ਦਿੱਤਾ। ਔਰ ਗੁਰੂ ਚਰਨਾਂ ਵਿੱਚ ਆਪਣਾ ਤਨ ਮਨ ਭੇਟ ਕਰਕੇ ਮੈਂ ਆਪਣੇ ਗੁਰੂ ਤੋਂ ਵਾਰੋ ਵਾਰਾ ਦਾ ਮਤਲਬ ਬਾਰ-ਬਾਰ ਬਲਿਹਾਰ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਆਪਣੇ ਗੁਰੂ ਤੋਂ ਵਾਰੇ-ਵਾਰੇ ਜਾਂਦਾ ਹਾਂ, ਆਪਣੇ ਗੁਰੂ ਤੋਂ ਕੁਰਬਾਨ ਹੋ ਜਾਂਦਾ ਹਾਂ, ਔਰ ਆਪਣੇ ਗੁਰੂ ਦੇ ਚਰਨਾਂ ਵਿੱਚ ਆਪਣਾ ਤਨ ਮਨ ਅਰਪਣ ਕਰਦਾ ਹਾਂ। ਤਨ ਮਨ ਦਿੱਤਾ ਭਵਜਲ ਜਿੱਤਾ ਚੂਕੀ ਕਾਣ ਜਮਾਣੀ। ਜਦੋਂ ਮੈਂ ਆਪਣਾ ਤਨ ਤੇ ਮਨ ਗੁਰੂ ਦੇ ਚਰਨਾਂ ਵਿੱਚ ਦਿੱਤਾ, ਦੇ ਦਿੱਤਾ, ਤਾਂ ਮੈਂ ਇਸ ਭਵਜਲ ਨੂੰ, ਇਹ ਸੰਸਾਰ ਸਮੁੰਦਰ ਨੂੰ ਜਿੱਤ ਲਿਆ, ਯਾਨੀ ਕਿ ਆਪਣੇ ਜਨਮ ਨੂੰ ਸਫਲ ਕਰ ਲਿਆ, ਆਪਣੀ ਜ਼ਿੰਦਗੀ ਸਫਲ ਕਰ ਲਈ। ਜਿਸ ਵਕਤ ਮੈਂ ਇਹ ਤਨ ਮਨ ਗੁਰੂ ਦੇ ਚਰਨਾਂ ਵਿੱਚ ਦਿੱਤਾ, ਦੇ ਦਿੱਤਾ, ਭੇਟ ਕਰ ਦਿੱਤਾ, ਤੇ ਮੈਂ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਲਿਆ, ਇਸ ਭਵਜਲ ਨੂੰ ਜਿੱਤ ਲਿਆ। ਇੱਥੇ ਹੀ ਬਸ ਨਹੀਂ, ਅੱਗੇ ਵਾਸਤੇ ਜਿਹੜੀ ਜੰਮਾਂ ਦੀ ਕਾਣ ਕਰੋੜ ਸੀ, ਉਹ ਵੀ ਮੇਰੇ ਕੋਲੋਂ ਚੁੱਕੀ ਗਈ ਹੈ। ਹੁਣ ਜੰਮਾਂ ਦਾ ਦੰਡ ਮੇਰੇ ਤੇ ਲਾਗੂ ਨਹੀਂ ਹੁੰਦਾ। ਜੰਮਾਂ ਦੀ ਜਿਹੜੀ ਕਾਣ ਕਨੋੜ ਸੀ, ਮਨ 'ਚ ਭੈ ਸੀ ਕਿ ਜੰਮ ਕੀ ਕਰਨਗੇ, ਹੁਣ ਜੰਮਾਂ ਦਾ ਡਰ ਨਹੀਂ ਰਿਹਾ, ਜੰਮਾਂ ਦਾ ਭੈ ਨਹੀਂ ਰਿਹਾ, ਕਿਉਂਕਿ ਉਹਨਾਂ ਦੀ ਕਾਣ ਕਨੋੜ ਉਹ ਹੁਣ ਚਲੀ ਗਈ। ਚੁੱਕੀ ਕਾਣ ਜਮਾਣੀ।
ਜੰਮਾ ਦੀ ਜਿਹੜੀ ਕਾਣ ਸੀ ਉਹ ਚਲੀ ਗਈ। ਹੁਣ ਜੰਮਾ ਦਾ ਕਿਸੇ ਪ੍ਰਕਾਰ ਦਾ ਵੀ ਭੈ ਤੇ ਖੌਫ ਨਹੀਂ ਰਿਹਾ। ਅਸਥਿਰ ਥੀਆ ਅੰਮ੍ਰਿਤ ਪੀਆ ਰਹਿਆ ਆਮਣ ਜਾਣੀ। ਕਹਿੰਦੇ ਹੁਣ ਅਸਥਿਰ ਥੀਆ ਟਿਕਾ ਆ ਗਿਆ। ਇਹ ਟਿਕਾ ਕਿਵੇਂ ਬਣਿਆ? ਕਹਿੰਦੇ ਅੰਮ੍ਰਿਤ ਪੀ ਕੇ। ਅੰਮ੍ਰਿਤ ਪੀ ਕੇ ਟਿਕਾ ਬਣਿਆ। ਅਸਥਿਰ ਥੀਆ ਅੰਮ੍ਰਿਤ ਪੀਆ, ਇਹ ਟਿਕਾ ਬਣ ਗਿਆ ਹੈ ਪਰ ਸਤਿਗੁਰਾਂ ਵੱਲੋਂ ਦਿੱਤੇ ਹੋਏ ਅੰਮ੍ਰਿਤ ਨੂੰ ਪੀ ਕੇ, ਨਾਮ ਅੰਮ੍ਰਿਤ ਨੂੰ ਪੀ ਕੇ, ਗੁਰਬਾਣੀ ਅੰਮ੍ਰਿਤ ਨੂੰ ਪੀ ਕੇ, ਖੰਡੇ ਦੇ ਅੰਮ੍ਰਿਤ ਨੂੰ ਪੀ ਕੇ ਟਿਕਾ ਬਣ ਗਿਆ। ਹੁਣ ਰਹਿਆ ਆਵਣ ਜਾਣੀ, ਜਿਹੜਾ ਬਾਰ-ਬਾਰ ਭਟਕਣਾ ਪੈਂਦਾ ਸੀ ਜੰਮਣ ਮਰਨ ਦੇ ਚੱਕਰਾਂ ਵਿੱਚ, ਉਹਦੇ ਤੋਂ ਰਹਿਤ ਹੋ ਗਏ। ਆਵਾਗੌਣ ਤੋਂ ਰਹਿਤ ਹੋ ਗਏ। ਹੁਣ ਆਵਣਾ ਜਾਵਣਾ ਨਹੀਂ ਪਵੇਗਾ। ਆਵਾਗੌਣ ਤੋਂ ਸਤਿਗੁਰਾਂ ਦੀ ਦਇਆ ਨਾਲ, ਕਿਰਪਾ ਨਾਲ ਰਹਿਤ ਹੋ ਗਏ ਆ ਔਰ ਪੱਕੇ ਤੌਰ ਤੇ ਸਾਨੂੰ ਟਿਕਾ ਪ੍ਰਾਪਤ ਹੋ ਗਿਆ। ਸੋ ਘਰ ਲੱਦਾ ਸਹਿਜ ਸਮੱਦਾ ਹਰ ਕਾ ਨਾਮ ਆਧਾਰਾ। ਅਸੀਂ ਉਸ ਘਰ ਨੂੰ ਲੱਭ ਲਿਆ ਜਿਸ ਘਰ ਦੇ ਵਿੱਚ ਸਾਡੀ ਗਿਆਨ ਦੁਆਰਾ ਸਮਾਈ ਹੋਈ। ਸਹਿਜ ਸਮੱਧਾ, ਸਹਿਜ ਦਾ ਮਤਲਬ ਗਿਆਨ, ਗਿਆਨ ਦੇ ਦੁਆਰਾ ਜਿਸ ਘਰ ਦੇ ਵਿੱਚ ਸਾਡੀ ਸਮਾਈ ਹੋ ਗਈ ਹੈ। ਸਮੱਧਾ, ਸਮਾ ਗਏ ਆ ਉੱਥੇ ਉਸ ਘਰ ਵਿੱਚ। ਔਰ ਉੱਥੇ ਸਮਾਉਣ ਤੋਂ ਬਾਅਦ ਹੁਣ ਸਾਡੇ ਜੀਵਨ ਦਾ ਆਧਾਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਬਣ ਗਿਆ। ਹਰ ਕਾ ਨਾਮ ਆਧਾਰਾ। ਜਦੋਂ ਉਸ ਘਰ ਨੂੰ ਲੱਭਿਆ ਜਿੱਥੇ ਅਸੀਂ ਗਿਆਨ ਦੁਆਰਾ ਸਮਾ ਗਏ, ਗੁਰੂ ਦੇ ਦਿੱਤੇ ਗਿਆਨ ਦੁਆਰਾ ਸਮਾ ਗਏ, ਉਸ ਘਰ ਵਿੱਚ ਜਾ ਕੇ ਹੁਣ ਸਾਨੂੰ ਹਰੀ ਪਰਮੇਸ਼ਰ ਦੇ ਨਾਮ ਦਾ ਆਸਰਾ ਪ੍ਰਾਪਤ ਹੋ ਗਿਆ। ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕੋ ਨਮਸਕਾਰਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਹੁਣ ਅਸੀਂ ਸदैवी ਕਾਲ ਲਈ ਸੁਖ, ਪਰਮਾਤਮਾ ਦੀ ਅਭੇਦਤਾ ਦਾ ਜਿਹੜਾ ਸੁਖ ਹੈ ਉਹ ਮਾਣਦੇ ਹਾਂ। ਔਰ ਇਹ ਗੁਰੂ ਦੀ ਦਇਆ। ਰਲੀਆਂ ਦਾ ਮਤਲਬ ਹੁੰਦਾ ਅਭੇਦ ਹੋਣ ਦਾ ਸੁਖ। ਪਰਮੇਸ਼ਰ ਵਿੱਚ ਅਭੇਦ ਹੋਣ ਦਾ ਸੁਖ ਉਹ ਅਸੀਂ ਹੁਣ ਸदैवी ਤੌਰ ਤੇ ਮਾਣਦੇ ਹਾਂ। ਜਿਸ ਗੁਰੂ ਦੀ ਕਿਰਪਾ ਨਾਲ ਮਾਣਦੇ ਹਾਂ, ਐਸੇ ਪੂਰੇ ਗੁਰੂ ਨੂੰ ਸਾਡੀ ਨਮਸਕਾਰ ਹੈ। ਗੁਰ ਪੂਰੇ ਕਉ ਨਮਸਕਾਰਾ। ਪੂਰੇ ਗੁਰੂ ਨੂੰ ਮੇਰੀ ਨਮਸਕਾਰ ਹੈ। ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ। ਹੇ ਮੇਰੇ ਸੱਜਣੋ, ਹੇ ਮੇਰੇ ਪਿਆਰੇ ਮਿੱਤਰੋ, ਸੁਣੋ। ਪੰਜਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਸੱਜਣ ਤੇ ਮਿੱਤਰ ਸ਼ਬਦ ਨਾਲ। ਹੇ ਮੇਰੇ ਸੱਜਣੋ ਤੇ ਹੇ ਮੈਂਡੜੇ ਮੇਰੇ ਪਿਆਰਿਓ ਮਿੱਤਰੋ, ਸੁਣੋ। ਗੁਰ ਮੰਤਰ ਸ਼ਬਦ ਸੱਚ ਜੀਤਾ ਰਾਮ। ਸਾਡੇ ਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਾਨੂੰ ਸੱਚਾ ਸ਼ਬਦ ਗੁਰ ਮੰਤਰ ਦੁਆਰਾ ਸਾਨੂੰ ਬਖਸ਼ਿਸ਼ ਕੀਤਾ। ਗੁਰ ਮੰਤਰ ਸ਼ਬਦ ਸੱਚ ਦਿੱਤਾ ਰਾਮ। ਜੋ ਸੱਚਾ ਸ਼ਬਦ ਹੈ, ਪ੍ਰਮਾਤਮਾ ਦਾ ਸਤ ਸਵਰੂਪ ਹੈ, ਉਸ ਦਾ ਮੰਤਰ ਸਾਡੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਾਨੂੰ ਦਿੱਤਾ, ਸਾਨੂੰ ਬਖਸ਼ਿਆ ਹੈ। ਸੱਚ ਸ਼ਬਦ ਧਿਆਇਆ ਮੰਗਲ ਗਾਇਆ ਚੂਕੇ ਮਨੋ ਅੰਦੇਸਾ। ਸਤਿਗੁਰੂ ਜੀ ਵੱਲੋਂ ਦਿੱਤੇ ਹੋਏ ਸੱਚੇ ਸ਼ਬਦ ਨੂੰ ਜਦੋਂ ਅਸੀਂ ਧਿਆਇਆ, ਜਿਹੜਾ ਸੱਚਾ ਸ਼ਬਦ ਸਤਿਗੁਰਾਂ ਨੇ ਦਿੱਤਾ ਉਸ ਸ਼ਬਦ ਨੂੰ ਧਿਆਇਆ, ਤੋ ਵਾਹਿਗੁਰੂ ਪਰਮੇਸ਼ਰ ਦੇ ਅਸੀਂ ਖੁਸ਼ੀਆਂ ਦੇ ਮੰਗਲ ਗਾਏ। ਜਿਨ੍ਹਾਂ ਮੰਗਲਾਂ ਨੂੰ ਗਾਉਂਦਿਆਂ ਸਾਡੇ ਮਨ ਦੇ ਜਿੰਨੇ ਅੰਦੇਸੇ ਸੀ, ਜਿੰਨੇ ਸਹਿਮ ਸੀ, ਜਿੰਨੇ ਡਰ ਸੀ, ਜਿੰਨੇ ਸ਼ੰਕੇ ਸੀ, ਉਹ ਚਲੇ ਗਏ। ਚੁੱਕੇ ਮਨੋਂ ਅੰਦੇਸਾ। ਅੰਦੇਸਾ ਦਾ ਮਤਲਬ ਸੰਦੇਹ, ਡਰ, ਸਹਿਮ। ਉਹ ਜਿੰਨੇ ਸੰਦੇਹ ਸਨ, ਜਿੰਨੇ ਸ਼ੰਕੇ ਸਨ, ਉਹ ਸਾਰੇ ਚੁੱਕੇ ਗਏ, ਦੂਰ ਹੋ ਗਏ। ਕਦੋਂ? ਜਦੋਂ ਸੱਚਾ ਸ਼ਬਦ ਤੇ ਆਇਆ। ਵਾਹਿਗੁਰੂ ਵਾਹਿਗੁਰੂ
ਇਹ ਪਾਵਨ ਅੰਮ੍ਰਿਤ ਨਾਮ ਦੀ ਬਰਕਤ ਐਸੀ ਹੈ ਗੁਰਮੁਖੋ, ਜਿਹੜੇ ਗੁਰਮੁਖ ਇਸ ਨਾਮ ਨੂੰ ਕਮਾਉਂਦੇ ਧਿਆਉਂਦੇ ਆਰਾਧਦੇ ਨੇ, ਉਹਨਾਂ ਅੰਦਰ ਕੋਈ ਸ਼ੰਕਾ ਕੋਈ ਸੰਦੇਹ ਬਾਕੀ ਰਹਿੰਦਾ ਹੀ ਨਹੀਂ। ਸ਼ੰਕੇ ਹਮੇਸ਼ਾ ਉੱਥੇ ਜਨਮ ਲੈਂਦੇ ਨੇ ਜਿੱਥੇ ਪਰਮੇਸ਼ਰ ਦਾ ਧਿਆਨ ਨਹੀਂ ਹੈ। ਜਿੱਥੇ ਸੱਚ ਦੀ ਜਾਣਕਾਰੀ ਹੋ ਜਾਏ ਉੱਥੇ ਤੇ ਸ਼ੰਕਾ ਰਹਿੰਦਾ ਹੀ ਨਹੀਂ। ਜਦੋਂ ਸੱਚ ਦੀ ਪੂਰਨ ਤੌਰ ਤੇ ਜਾਣਕਾਰੀ ਨਾ ਹੋਵੇ ਤੇ ਫਿਰ ਸੰਦੇਹ ਹੈ, ਫਿਰ ਸੰਸਾ ਹੈ, ਫਿਰ ਭਰਮ ਹੈ। ਪਰ ਜਦੋਂ ਪਤਾ ਲੱਗ ਗਿਆ ਵੀ ਸੱਚ ਹੈ ਹੀ ਏ ਤੇ ਫਿਰ ਤਾਂ ਕੋਈ ਅੰਦੇਸਾ ਰਹਿ ਹੀ ਨਹੀਂ ਜਾਂਦਾ, ਫਿਰ ਤਾਂ ਕੋਈ ਕਿਸੇ ਪ੍ਰਕਾਰ ਦਾ ਭਰਮ ਰਹਿ ਹੀ ਨਹੀਂ ਜਾਂਦਾ। ਤੋ ਸੱਚੇ ਸ਼ਬਦ ਨੂੰ ਧਿਆ ਕੇ ਪਰਮੇਸ਼ਰ ਦੇ ਮੰਗਲ ਗਾ ਕੇ ਸਾਡੇ ਮਨ ਦੇ ਜਿਤਨੇ ਵੀ ਅੰਦੇਸੇ ਸਨ, ਸ਼ੰਕੇ ਸਨ, ਸਹਿਮ ਸਨ, ਡਰ ਸਨ, ਉਹ ਚੁੱਕੇ ਗਏ, ਦੂਰ ਹੋ ਗਏ। ਸੋ ਪ੍ਰਭ ਪਾਇਆ ਕਤਹਿ ਨ ਜਾਇਆ, ਸਦਾ ਸਦਾ ਸੰਗ ਬੈਸਾ। ਅਸੀਂ ਉਸ ਪ੍ਰਭੂ ਨੂੰ ਪਾ ਲਿਆ ਹੈ ਜਿਹੜਾ ਪ੍ਰਭੂ ਕਦੇ ਕਿਤੇ ਨਹੀਂ ਜਾਂਦਾ। ਜਾਵੇ ਤੇ ਤਾਂ ਜੇ ਕਿਤੋਂ ਆਇਆ ਹੋਵੇ, ਉਹ ਤਾਂ ਮੌਜੂਦ ਹੈ ਹਰ ਜਗ੍ਹਾ ਤੇ, ਹਰ ਥਾਂ ਤੇ। ਐਸੇ ਪ੍ਰਭੂ ਨੂੰ ਅਸੀਂ ਪਾ ਲਿਆ ਜਿਹੜਾ ਸਦਾ ਸਦਾ ਹਰ ਵੇਲੇ ਸਾਡੇ ਨਾਲ ਬੈਠਾ ਹੈ, ਸਦਾ ਸਦਾ ਸੰਗ ਬੈਸਾ। ਹਰ ਵੇਲੇ ਸਾਡੇ ਨਾਲ ਬੈਠਾ ਹੈ, ਸਾਡੇ ਨਾਲ ਹਾਜ਼ਰ ਨਾਜ਼ਰ ਹੈ। ਐਸੇ ਪ੍ਰਭੂ ਨੂੰ ਅਸੀਂ ਪਾ ਲਿਆ ਹੈ। ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਧਨ ਸਹਜੇ ਦੀਤਾ। ਜਿਹੜੇ ਗੁਰਮੁਖ ਮਾਈ ਭਾਈ ਰੱਬ ਜੀ ਨੂੰ ਭਾ ਜਾਂਦੇ ਨੇ, ਪ੍ਰਭੂ ਜੀ ਨੂੰ ਭਾ ਜਾਂਦੇ ਨੇ, ਉਹਨਾਂ ਨੂੰ ਸਾਹਿਬ ਜੀ ਸੱਚੀ ਮਾਣ ਵਡਿਆਈ ਪ੍ਰਦਾਨ ਕਰਦੇ ਨੇ। ਪ੍ਰਭ ਜੀ ਭਾਣਾ ਸੱਚਾ ਮਾਣਾ। ਜਿਹੜੇ ਪ੍ਰਭੂ ਜੀ ਨੂੰ ਭਾ ਗਏ ਉਹਨਾਂ ਨੂੰ ਸੱਚਾ ਮਾਣ, ਸੱਚਾ ਸਤਿਕਾਰ ਸਤਿਗੁਰੂ ਪ੍ਰਦਾਨ ਕਰਦੇ ਨੇ। ਇੱਥੇ ਇੱਕ ਗੱਲ ਸਪਸ਼ਟ ਹੈ ਕਿ ਜਿਹੜੀ ਇਹ ਮਾਣ ਵਡਿਆਈ ਆਦਰ ਹੈ, ਇਹ ਪ੍ਰਭੂ ਦੇ ਹੱਥ ਵਿੱਚ ਹੈ। ਜਿਸ ਨੂੰ ਬਖਸ਼ਦੇ ਹਨ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ। ਜਿਹੜੇ ਮਾਈ ਭਾਈ ਪ੍ਰਭੂ ਜੀ ਨੂੰ ਭਾ ਗਏ ਉਹਨਾਂ ਨੂੰ ਸੱਚਾ ਮਾਣ, ਸੱਚੀ ਵਡਿਆਈ, ਸੱਚੀ ਸੋਭਾ ਪ੍ਰਾਪਤ ਹੋਈ। ਕਿ ਮਾਣ ਝੂਠਾ ਵਡਿਆਈ ਵੀ ਹੁੰਦੀ ਹੈ ਸੰਸਾਰ ਦੀ। ਜਿਹੜੀ ਇੱਥੇ ਸੱਚੀ ਮਾਣ ਵਡਿਆਈ ਦੀ ਗੱਲ ਕੀਤੀ ਹੈ, ਹਾਂ, ਝੂਠਾ ਮਾਣ 4 ਦਿਨਾਂ ਦਾ ਹੈ। ਸੱਚਾ ਮਾਣ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਖਸ਼ਿਆ, ਉਹ ਮਾਣ ਜੁਗਾਂ ਜੁਗਾਂ ਤਾਈਂ ਰਹਿੰਦਾ। ਜਿਹੜਾ ਮਾਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਬਖਸ਼ਿਆ, ਜਿਹੜਾ ਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬਖਸ਼ਿਆ, ਜਿਹੜਾ ਸੱਚਾ ਮਾਣ ਮੇਰੇ ਸਾਹਿਬ ਨੇ ਭਾਈ ਕਨਈਆ ਸਾਹਿਬ ਨੂੰ ਬਖਸ਼ਿਆ, ਪਿਆਰੇ ਭਾਈ ਦਇਆ ਸਿੰਘ ਜੀ ਨੂੰ ਬਖਸ਼ਿਆ, ਉਹ ਮਾਣ ਸੱਚਾ ਮਾਣ ਹੈ ਜਿਹੜਾ ਸਦਾ ਹੈ, ਸदैवी ਹੈ। ਹਰ ਧਨ ਸਹਜੇ ਦਿੱਤਾ। ਹਰੀ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਮ ਧਨ ਦਾ ਜਿਹੜਾ ਖਜ਼ਾਨਾ ਹੈ, ਉਹ ਸੁਭਾਵਕ ਹੀ ਉਹਨਾਂ ਗੁਰਮੁਖਾਂ ਨੂੰ ਦੇ ਦਿੱਤਾ ਹੈ, ਜਿਸ ਨਾਲ ਉਹਨਾਂ ਦਾ ਸੱਚਾ ਮਾਣ, ਸੱਚੀ ਵਡਿਆਈ ਇਸ ਜਗਤ ਵਿੱਚ ਉਜਾਗਰ ਹੋਈ ਹੈ। ਕਹੋ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੈ ਪ੍ਰਭੂ ਮੈਂ ਤੇਰੇ ਉਹਨਾਂ ਜਨਾਂ ਤੋਂ ਬਲਿਹਾਰ ਜਾਂਦਾ ਹਾਂ, ਤੇਰੇ ਉਹਨਾਂ ਪਿਆਰਿਆਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਦਿੱਤੇ ਹੋਏ ਦਾਨ ਨੂੰ ਲੈਣਾ ਕੀਤਾ ਹੈ। ਤੇਰੇ ਉਹਨਾਂ ਜਨਾਂ ਤੋਂ ਬਲਿਹਾਰ ਜਾਂਦਾ ਹਾਂ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਆਲਮ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਇਹੋ ਜਿਹੇ ਮਹਾਨ ਗੁਰਸਿੱਖਾਂ ਗੁਰਮੁਖਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਤੁਹਾਡੇ ਦਿੱਤੇ ਹੋਏ ਦਾਨ ਨੂੰ ਲੈਣਾ ਕੀਤਾ। ਦਾਨ ਦੇਣਾ, ਫਿਰ ਦਾਨ ਲੈਣ ਦੇ ਵਿੱਚ ਵੀ ਤਾਂ ਕੋਈ ਸક્ષਮ ਹੋਵੇ। ਹੁਣ ਕਿਸੇ ਕੰਗਲੇ ਬੰਦੇ ਨੂੰ ਕੋਈ ਹਾਥੀ ਦਾਨ ਕਰਦੇ ਵੀ ਲੈ ਜਾ ਘਰ, ਜਿਹਦੇ ਆਪਣੇ ਘਰ ਰੋਟੀ ਨਾ ਪੱਕਦੀ ਹੋਵੇ, ਕਿ ਉਹ ਹਾਥੀ ਦਾ ਦਾਨ ਲੈ ਕੇ ਘਰ 'ਚ ਉਹਨੂੰ ਹਾਥੀ ਨੂੰ ਸਾਂਭ ਸਕਦਾ? ਕਿੱਥੇ ਹਾਥੀ ਦਾ ਮਣਾ ਮੂੰਹ, ਖਾਣਾ ਚਾਰਾ ਕਿੱਥੋਂ ਪ੍ਰਬੰਧ ਕਰੇ?
ਇਸੇ ਪ੍ਰਕਾਰ ਵੱਡੇ ਦਾ ਦਿੱਤਾ ਹੋਇਆ ਵੱਡਾ ਦਾਨ ਵੀ ਉਹੀ ਲੈ ਸਕਦਾ ਜਿਹਨੂੰ ਉਹ ਅਧਿਕਾਰੀ ਬਣਾ ਕੇ ਦਾਨ ਦਿੰਦਾ ਹੈ। ਇਸ ਕਰਕੇ ਦਾਨ ਲੈਣ ਵਾਲਿਆਂ ਤੋਂ ਵੀ ਮੈਂ ਬਲਿਹਾਰ। ਪਾਤਸ਼ਾਹ ਕਹਿੰਦੇ ਮਹਾਰਾਜ ਤੁਹਾਡੇ ਉਹਨਾਂ ਜਨਾਂ ਤੋਂ ਵੀ ਮੈਂ ਵਾਰੇ-ਵਾਰੇ ਜਾਂਦਾ ਹਾਂ ਜਿਹੜੇ ਆਪ ਜੀ ਦੇ ਦਿੱਤੇ ਹੋਏ ਅੰਮ੍ਰਿਤ ਨਾਮ ਦੇ ਦਾਨ ਨੂੰ ਲੈਂਦੇ ਹਨ। ਤੋ ਭਾਣਾ ਤਾਂ ਤ੍ਰਿਪਤ ਅਗਾਏ RAM। ਮਹਾਰਾਜ ਤੁਹਾਨੂੰ ਭਾਵੇ ਤਾਂ ਇਹ ਜੀਵ ਤ੍ਰਿਪਤ ਹੋ ਸਕਦਾ, ਰੱਜ ਸਕਦਾ, ਵਰਨਾ ਨਹੀਂ ਰੱਜ ਸਕਦਾ। ਤੁਹਾਨੂੰ ਚੰਗਾ ਲੱਗੇ ਤਾਂ ਇਹ ਮਨੁੱਖ ਰੱਜ ਸਕਦਾ ਹੈ, ਇਹ ਜੀਵ ਤ੍ਰਿਪਤ ਹੋ ਸਕਦਾ ਹੈ। ਮਨ ਥੀਆ ਠੰਡਾ ਸਭ ਤ੍ਰਿਸ਼ਨ 부ਝਾਏ RAM। ਜਿਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਸਤਿਗੁਰਾਂ ਨੇ, ਉਹਨਾਂ ਦੇ ਮਨ ਠੰਡੇ ਠਾਰ ਤੇ ਸ਼ੀਤਲ ਹੋ ਗਏ। ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਜਲਾਉਂਦੀ ਹੈ, ਪਰ ਜਿਨ੍ਹਾਂ ਦੇ ਮਨ ਵਿੱਚ ਸਤਿਗੁਰਾਂ ਨੇ ਅੰਮ੍ਰਿਤ ਨਾਮ ਦੀ ਦਾਤ ਪਾ ਦਿੱਤੀ ਉਹਨਾਂ ਦੇ ਹਿਰਦਿਆਂ ਵਿੱਚ ਠੰਡ ਵਰਤ ਗਈ। ਉਹਨਾਂ ਦੇ ਹਿਰਦਿਆਂ ਵਿੱਚ ਨਾਮ ਦੀ ਸ਼ੀਤਲਤਾ ਦਾ ਆਨੰਦ ਵਰਤ ਗਿਆ। ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ। ਜਿਨ੍ਹਾਂ ਦੇ ਮਨ ਸ਼ੀਤਲ ਹੋ ਗਏ ਸਾਹਿਬ ਦੇ ਅੰਮ੍ਰਿਤ ਨਾਮ ਦੁਆਰਾ, ਉਹਨਾਂ ਅੰਦਰ ਜਿਤਨੀ ਡੰਜਾ ਦਾ ਇੱਥੇ ਮਤਲਬ ਹੁੰਦਾ ਹੈ ਤਪਸ਼, ਉਹਨਾਂ ਦੇ ਅੰਦਰ ਦੀ ਜਿਤਨੀ ਤਪਸ਼ ਸੀ ਉਹ ਚੁੱਕੀ ਗਈ, ਦੂਰ ਹੋ ਗਈ। ਮਨ ਥੀਆ ਠੰਡਾ ਚੁੱਕੀ ਡੰਝਾ, ਉਹਨਾਂ ਅੰਦਰੋਂ ਜਿਹੜੀ ਤਪਸ਼ ਸੀ ਉਹ ਚੁੱਕੀ ਗਈ, ਦੂਰ ਹੋ ਗਈ, ਮਨ ਠੰਡਾ ਹੋ ਗਿਆ। ਕਦੋਂ ਤ੍ਰਿਸ਼ਨਾ ਦੀ ਅੱਗ ਬੁਝੀ, ਉਹ ਤਪਸ਼ ਕਦੋਂ ਗਈ ਵਿਕਾਰਾਂ ਦੀ ਉਹਨਾਂ ਦੇ ਹਿਰਦਿਆਂ ਚੋਂ? ਪਾਇਆ ਬਹੁਤ ਖਜ਼ਾਨਾ, ਜਦੋਂ ਗੁਰੂ ਦੇ ਦਿੱਤੇ ਹੋਏ ਵੱਡੇ ਖਜ਼ਾਨੇ ਨੂੰ, ਨਾਮ ਦੇ ਖਜ਼ਾਨੇ ਨੂੰ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕੀਤਾ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸ਼ੁਭ ਗੁਣਾਂ ਦਾ ਅੰਮ੍ਰਿਤ ਖਜ਼ਾਨਾ ਉਹਨਾਂ ਨੇ ਪ੍ਰਾਪਤ ਕਰ ਲਿਆ। ਸਿੱਖ ਸੇਵਕ ਸਭ ਪੁੰਚਣ ਲੱਗੇ ਹੋ ਸਤਿਗੁਰ ਕੈ ਕੁਰਬਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਗੁਰੂ ਰਾਮਦਾਸ ਸਾਹਿਬ ਤੋਂ, ਜਿਨ੍ਹਾਂ ਨੇ ਸਾਨੂੰ ਏਡਾ ਵੱਡਾ ਖਜ਼ਾਨਾ ਦਿੱਤਾ ਵੀ ਅਸੀਂ ਤਾਂ ਖਾਧਾ ਖਰਚਿਆ ਹੀ ਹੈ, ਅੱਗੋਂ ਸਾਡੇ ਜਿਹੜੇ ਸਿੱਖ ਸੇਵਕ ਨੇ ਉਹ ਵੀ ਪੁੰਚ ਰਹੇ ਨੇ ਤੇ ਮੁੱਕਦਾ ਨਹੀਂ ਹੈ। ਆਖੋ ਸਤਿਨਾਮ ਸ੍ਰੀ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ, ਗੁਰੂ ਰਾਮਦਾਸ ਸਾਹਿਬ ਜੀ ਤੋਂ, ਜਿਨ੍ਹਾਂ ਨੇ ਏਡਾ ਵੱਡਾ ਖਜ਼ਾਨਾ ਸਾਨੂੰ ਦਿੱਤਾ ਵੀ ਅਸੀਂ ਉਹਨੂੰ ਮਾਣਿਆ, ਖਾਧਿਆ, ਖਰਚਿਆ, ਅੱਗੇ ਸਾਡੇ ਸਿੱਖ ਤੇ ਸੇਵਕ ਵੀ ਪੁੰਚ ਰਹੇ ਨੇ। ਪਰ ਇਹ ਖਜ਼ਾਨੇ 'ਚ ਕਦੇ ਤੋਟਾ ਨਹੀਂ ਆਉਣਾ, ਇਹ ਵੱਧਦਾ ਚੱਲਿਆ ਜਾਣਾ। ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ 부ਝਾਏ। ਜਦੋਂ ਖਜ਼ਾਨੇ ਦੀ ਗੱਲ ਹੁੰਦੀ ਤੇ ਖਜ਼ਾਨਾ ਸ਼ੁਭ ਗੁਣਾਂ ਦਾ ਵੀ ਹੁੰਦਾ। ਉਹ ਸ਼ੁਭ ਗੁਣਾਂ ਦਾ ਖਜ਼ਾਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਜੋ ਬਖਸ਼ਿਆ ਹੈ ਸਾਨੂੰ, ਮਹਾਰਾਜ ਜੀ ਕਹਿੰਦੇ ਹੋ ਅੱਗੇ ਸਾਡੇ ਸਿੱਖ ਸੇਵਕ ਵੀ ਪੁੰਚ ਰਹੇ ਨੇ, ਖਾ ਰਹੇ ਨੇ। ਇਸੇ ਤਰ੍ਹਾਂ ਹੁਣ ਅਸੀਂ ਨਿਰਭਉ ਹੋ ਗਏ ਹਾਂ, ਨਿਡਰ ਹੋ ਗਏ ਹਾਂ। ਕਦੋਂ ਦੇ ਨਿਰਭਉ ਹੋਏ ਹਾਂ? ਜਦੋਂ ਦੇ ਆਪਣੇ ਖਸਮ ਦੇ ਪਿਆਰੇ ਦੇ ਰੰਗ ਵਿੱਚ ਰੰਗੇ ਗਏ ਹਾਂ। ਔਰ ਜੰਮਾਂ ਦੀ ਜਿਹੜੀ ਤਰਾਸ ਸੀ, ਜੰਮਾਂ ਦਾ ਜੋ ਡਰ ਸੀ, ਉਹ ਬੁਝਾਏ, ਦੂਰ ਕਰ ਦਿੱਤਾ, ਬੁਝਾ ਦਿੱਤਾ। ਹੁਣ ਜੰਮਾਂ ਦਾ ਖੌਫ ਨਹੀਂ ਰਿਹਾ, ਹੁਣ ਜੰਮਾਂ ਦਾ ਭੈ ਨਹੀਂ ਰਿਹਾ। ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵ ਲਾਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਤੁਹਾਡੇ ਜਿਹੜੇ ਸੇਵਕ ਨੇ ਤੁਸੀਂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਹੋ। ਸਦਾ ਸੰਗ ਸੇਵਕ, ਤੁਸੀਂ ਸਦਾ ਆਪਣੇ ਸੇਵਕਾਂ ਦੇ ਸੰਗ ਹੋ। ਔਰ ਤੁਹਾਡੇ ਸੇਵਕ ਜਿਹੜੇ ਨੇ ਉਹ ਤੇਰੀ ਭਗਤ ਕਰੋ ਲਿਵ ਲਾਏ। ਮਹਾਰਾਜ ਉਹ ਤੁਹਾਡੇ ਨਾਲ ਲਿਵ ਲਾ ਕੇ, ਤੁਹਾਡੇ ਨਾਲ ਸੁਰਤ ਲਾ ਕੇ ਤੁਹਾਡੀ ਭਗਤੀ ਕਰਦੇ। ਮਹਾਰਾਜ ਮੈਂ ਵੀ ਤੁਹਾਡੇ ਚਰਨਾਂ ਨਾਲ
ਆਪਣੀ ਲਿਵ ਲਾ ਕੇ ਭਗਤੀ ਕਰਦਾ ਹਾਂ। ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਆਹਾ, ਜਦੋਂ ਭਗਤੀ ਕੀਤੀ ਤੇ ਮੇਰੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ। ਆਸਾਂ ਹੀ ਨਹੀਂ ਪੂਰਨ ਹੋਈਆਂ, ਨਾਲ ਮਨ ਦੀਆਂ ਮਨਸਾਵਾਂ ਵੀ ਪੂਰਨ ਹੋ ਗਈਆਂ। ਆਸਾ ਮਨਸਾ ਮੇਰੇ ਸਾਹਿਬ ਨੇ ਪੂਰਨ ਕਰ ਦਿੱਤੀ। ਗੁਰਸਿੱਖਾਂ ਦੇ ਹਿਰਦਿਆਂ ਵਿੱਚ ਆਸ ਸ਼ੁਭ ਹੁੰਦੀ ਹੈ ਔਰ ਮਨੋਰਥ ਵੀ ਸ਼ੁਭ ਹੁੰਦੇ ਨੇ। ਉਹ ਮੈਲੇ ਤੇ ਭੱਦੇ ਮਨੋਰਥ ਆਪਣੇ ਹਿਰਦਿਆਂ 'ਚ ਨਹੀਂ ਕਰਦੇ। ਤੋ ਪੂਰੇ ਸਤਿਗੁਰਾਂ ਨੇ ਮੇਰੀਏ ਮਨ ਦੀਆਂ ਆਸਾਂ, ਮੇਰੇ ਮਨ ਦੀਆਂ ਮਨਸਾਵਾਂ ਉਹ ਪੂਰਨ ਕਰ ਦਿੱਤੀਆਂ ਹਨ। ਮੋਹ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਏ ਮੇਰੇ ਰੱਬ ਜੀ, ਮੈਂ ਨਿਰਗੁਣਿਆਰਾ ਹਾਂ, ਮੇਰੇ 'ਚ ਕੋਈ ਗੁਣ ਨਹੀਂ, ਮੇਰੇ 'ਚ ਇੱਕ ਵੀ ਗੁਣ ਨਹੀਂ। ਤੇ ਜਿੰਨੇ ਵੀ ਗੁਣ ਹੈਣ ਉਹ ਸਾਰੇ ਗੁਣ ਤੇਰੇ ਨੇ, ਤੇ ਜਿੰਨੇ ਔਗਣ ਨੇ ਉਹ ਮੇਰੇ ਨੇ। ਔਗਣ ਮੇਰੇ ਨੇ ਔਰ ਗੁਣ ਤੇਰੇ ਨੇ। ਤੇ ਮਹਾਰਾਜ ਮੈਂ ਨਿਰਗੁਣਿਆਰਾ ਹਾਂ ਔਰ ਜਿਤਨੇ ਗੁਣ ਨੇ ਉਹ ਤੁਹਾਡੇ ਹਨ। ਮੇਰੇ ਅੰਦਰ ਵੀ ਜਿਹੜੇ ਗੁਣ ਨੇ ਇਹ ਸਾਰੇ ਗੁਣ ਮਹਾਰਾਜ ਜੀ ਤੁਹਾਡੇ ਬਖਸ਼ੇ ਹੋਏ ਹਨ। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਲਾਹੀ। ਮਹਾਰਾਜ ਸਾਰੇ ਗੁਣ ਤੁਹਾਡੇ ਨੇ ਮੇਰੇ ਠਾਕੁਰ ਜੀ। ਸਭ ਗੁਣ ਤੇਰੇ ਠਾਕੁਰ ਮੇਰੇ। ਹੇ ਮੇਰੇ ਠਾਕੁਰ ਜੀ, ਸਭ ਗੁਣ ਤੁਹਾਡੇ ਨੇ, ਮੇਰਾ ਕੋਈ ਵੀ ਗੁਣ ਨਹੀਂ। ਤੇ ਜੇ ਮੇਰਾ ਕੋਈ ਗੁਣ ਹੈ ਹੀ ਨਹੀਂ ਤੇ ਮੈਂ ਕਿਹੜਾ ਮੂੰਹ ਲੈ ਕੇ ਤੁਹਾਨੂੰ ਸਲਾਹਾਂ। ਮੈਂ ਤਾਂ ਔਗਣਾਂ ਦਾ ਭਰਿਆ ਹੋਇਆ। ਕਿਤ ਮੁਖ ਤੁਧ ਸਲਾਹੀ। ਮਹਾਰਾਜ ਕਿਹੜੇ ਮੁਖ ਨਾਲ ਤੁਹਾਨੂੰ ਸਲਾਹਾਂ, ਮੈਂ ਤਾਂ ਔਗਣਾਂ ਦਾ ਭਰਿਆ ਹੋਇਆ, ਗੁਨਾਹਾਂ ਦਾ ਭਰਿਆ ਹੋਇਆ। ਮਹਾਰਾਜ ਕਿਹੜਾ ਮੂੰਹ ਲੈ ਕੇ ਤੁਹਾਡੇ ਸਾਹਮਣੇ ਆਵਾਂ, ਕਿਸ ਮੁਖ ਨਾਲ ਤੁਹਾਡੀਆਂ ਸਿਫਤਾਂ ਕਰਾਂ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਪਰ ਮੇਰਾ ਰੱਬ ਕਿੰਨਾ ਦਿਆਲੂ ਹੈ ਕਿ ਮੇਰੇ ਰੱਬ ਜੀ ਨੇ ਮੇਰਾ ਨਾ ਗੁਣ ਵੇਖਿਆ ਤੇ ਨਾ ਕੋਈ ਔਗਣ ਵੇਖਿਆ। ਉਹਨਾਂ ਮੇਰੇ ਕਿਸੇ ਗੁਣ ਤੇ ਅਵਗਣ ਦੀ ਵਿਚਾਰ ਨਹੀਂ ਕੀਤੀ। ਬਸ ਜਦੋਂ ਮੈਂ ਉਹਨਾਂ ਦੀ ਪਨਾਹ ਵਿੱਚ ਗਿਆ ਤੇ ਉਹਨਾਂ ਨੇ ਇੱਕ ਖਿਨ ਦੇ ਵਿੱਚ ਮੈਨੂੰ ਬਖਸ਼ ਲਿਆ। ਇੱਕ ਖਿਨ ਮਾਤਰ ਦੇ ਸਮੇਂ ਵਿੱਚ ਮੈਨੂੰ ਬਖਸ਼ ਲਿਆ। ਮੇਰੇ ਕਿਸੇ ਗੁਣ ਤੇ ਔਗਣ ਦੀ ਵਿਚਾਰ ਨਹੀਂ ਕੀਤੀ। ਨੌ ਨਿਤ ਪਾਈ ਵੱਜੀ ਵਧਾਈ, ਵਾਜੇ ਅਨਹਦ ਤੂਰੇ। 9 ਨਦੀਆਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ। ਘਰ ਵਿੱਚ ਵਧਾਈਆਂ ਵੱਜ ਪਈਆਂ, ਵੱਜੀ ਵਧਾਈ, ਘਰ ਵਿੱਚ ਵਧਾਈਆਂ ਵੱਜ ਪਈਆਂ ਔਰ ਇੱਕ ਰਸ ਲਗਾਤਾਰ ਨਿਰੰਤਰ ਅਨਹਦ ਨਾਦਾਂ ਦੇ ਤੂਰੇ ਉਹ ਵੱਜ ਪਏ। ਜਿਹੜਾ ਇੱਕ ਰਸ ਲਗਾਤਾਰ ਵੱਜੇ ਉਹਨੂੰ ਕਹਿੰਦੇ ਨੇ ਅਨਹਦ ਨਾਦ। ਅਨਹਦ ਨਾਦਾਂ ਦੇ ਤੂਰੇ, ਇੱਕ ਸ਼ਬਦ ਦਾ ਚਿੰਤਨ, ਨਿਰੰਤਰ ਇੱਕ ਰਸ ਮੇਰੇ ਅੰਦਰ ਵੱਜ ਟੁਰਿਆ। ਮਹਾਰਾਜ ਇਹ ਤੁਹਾਡੇ ਤਰਸ ਨਾਲ, ਤੁਹਾਡੀ ਕਿਰਪਾ ਨਾਲ। ਹਾਂਜੀ, ਕਹੋ ਨਾਨਕ ਮੈਂ ਵਾਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਵਰ ਘਰ ਦੀ ਪ੍ਰਾਪਤੀ ਕਰ ਲਈ। ਵਰ ਵੀ ਮਿਲ ਗਿਆ ਮੈਨੂੰ, ਘਰ ਵੀ ਮਿਲ ਗਿਆ ਔਰ ਮੇਰੇ ਮਨ ਦੇ ਜਿਤਨੇ ਝੋਰੇ ਸਨ ਉਹ ਸਾਰੇ ਝੋਰੇ ਲੱਥ ਗਏ ਨੇ। ਪਹਿਲਾਂ ਝੋਰਾ ਸੀ, ਨਾ ਮੇਰੇ ਕੋਲ ਵਰ ਸੀ ਆਪਣਾ ਤੇ ਨਾ ਘਰ ਸੀ। ਮੈਨੂੰ ਘਰ ਵੀ ਮਿਲ ਗਿਆ ਤੇ ਵਰ ਵੀ ਮਿਲ ਗਿਆ। ਹੁਣ ਮਨ ਦੇ ਜਿਤਨੇ ਝੋਰੇ ਨੇ, ਜਿਤਨੀਆਂ ਚਿੰਤਾਵਾਂ ਨੇ ਉਹ ਸਾਰੀਆਂ ਲੱਥ ਗਈਆਂ ਨੇ, ਨਿਰਵਿਰਤ ਹੋ ਗਈਆਂ।